अस्सलाम वालेकुम नाज़रीन। प्रोग्राम आपकी आवाज़ एक दोस्त हैं इटली से, उनसे पूछे कि वो क्या कहना चाहते हैं आजकल के हालात के बारे में। अस्सलाम वालेकुम सर। जी वालेकुम सलाम। अच्छा, सब ਤੋਂ ਪਹਿਲਾਂ अर्ज है कि मैं कुछ मजहबी लिहाज नाल कुरान पाक ਦਾ ਹਵਾਲਾ ਦੇ ਕੇ ਤੇ ਫਿਰ ਤਬਸਰਾ ਕਰਦਾ जी ਤਾਂ ਕਿ ਸ਼ਰਈ ਲਿਹਾਜ਼ ਨਾਲ ਵੀ ਕੋਈ ਜੁਰਮ ਨਾ ਹੋਵੇ ਜਾਂ ਜਿਹੜੇ ਲੋਕ ਕਰ ਰਹੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਗਲਤ ਕਰ ਰਹੇ ਹਾਂ। हम्म। ठीक है जी। जी जी। देखो, अल्लाह ताला कुरान पाक सूरा मुजादला जुज नंबर 28 रुकू नंबर 2 फरमाते, क्या तुमने मुनाफिकों को नहीं देखा जो ऐसे लोगों से दोस्ती करते हैं जिन पर अल्लाह का गजब नाजल हुआ। हम्म। मुनाफिक ना तुम्हारे साथी हैं ना उनके, वो झूठी बात पर जानबूझकर कस्में खाते हैं। हम्म। अल्लाह इनके लिए सख्त अजाब तैयार किया हुआ है, बहुत बुरा है जो वो करते हैं। ਤੇ ਇਹ ਅੱਲਾਹ ਜੱਲਾ ਸ਼ਾਨਹੁ ਆਪਣੇ ਕੁਰਾਨ ਪਾਕ ਫਰਮਾਉਂਦੇ ਨੇ, ਦੇਖੋ ਜੋ ਕੁਝ ਸਾਡੇ ਸਾਬਕਾ ਹੁਕੂਮਤ ਨਾਲ ਹੋਇਆ ਇਹ 100% ਸ਼ਰਈ ਲਿਹਾਜ਼ ਨਾਲ ਵੀ ਜੁਰਮ ਹੈ ਔਰ ਇਸ ਜੁਰਮ ਦਾ ਅਜ਼ਾਲਾ ਸਾਡੀ ਅਦਾਰਿਆਂ ਨੂੰ ਯਾਨੀ ਸਾਡੀ ਆਰਮੀ ਨੂੰ ਸਾਡੇ ਅਦਾਲਤਾਂ ਨੂੰ ਸਾਬਕਾ ਗਵਰਨਮੈਂਟ ਕੋਲੋਂ ਮਾਫੀ ਮੰਗ ਕੇ ਅਦਾ ਕਰਨਾ ਤੇ ਫਿਰ ਅੱਲਾਹ ਤਾਲਾ ਕੋਲ ਮਾਫੀ ਮੰਗਣਾ, वरना इन्हों इसका हिसाब देना पैना और हर सूरत देना पैना। अच्छा, एक सवाल है हकीकत है कि तुम सॉरी मैं ਵਿੱਚ ਇੱਕ ਗੱਲ ਪੁੱਛ ਲਾ, ਕਦੀ ਕਿਸੇ ਨੇ ਮਾਫੀ ਮੰਗੀ ਹੈ ਪਾਕਿस्तान 'ਚ ਕਿਸੇ ਕੋਲੋਂ? कि नहीं मंगी। देखो जुर्म है ना, शरी लिहाज नाल जुर्म कर रहे। ये अजाब है, साडी आवाम दे भी अजाब है, इस किस्म के हुक्मरान मुसल्लत होना साडे मुल्क दा साडी आवाम दे भी अजाब है। इन्हां नूं माफी मंगनी चाहिए ना। साडे आलम लोग जिहड़े इन्हां नूं चाहिदा है कि इन्हां नूं हकीकत दसन। आलम ਜਿਹੜੇ ਸਾਡੇ ਵੱਡੇ ਵੱਡੇ ਆਲਮਾਦ ਉਸ ਹਕੀਕਤ ਕੋਈ ਚੰਦ ਇੱਕ ਉਲਮਾ ਦੇ ਨਾਮ ਲੈ ਦਿਓ ਤਾਂ ਕਿ ਪਤਾ ਚੱਲ ਜਾਏ ਕਿਹੜੇ, ਕੋਈ ਇੱਕ ਅੱਧੇ ਦਾ ਲੈ ਦਿਓ ਵੱਡੇ ਆਲਮ ਦਾ ਨਾਮ। ਦੇਖੋ ਜੀ, ਸਾਡੇ ਪਾਕਿਸਤਾਨ ਦੇ ਜਿਹੜੇ ਮਸ਼ਹੂਰ ਮਸਲਨ ਤਕੀ ਉਸਮਾਨੀ ਸਾਹਿਬ, ਮੁਫਤੀ ਮੁਨੀਬ ਸਾਹਿਬ ਜਿਹੜੇ ਮੁਫਤੀ ਨੇ, ਮੁਫਤੀ ਦਾ ਕੰਮ ਹੈ ਫਤਵਾ ਦੇਣਾ, ਮੁਫਤੀ ਮੁਨੀਬ ਸਾਹਿਬ। ਉਸ ਤੋਂ ਬਾਅਦ ਇਹ ਦੋ ਹੀ ਵੱਡੇ ਆਲਮ ਪਾਕਿਸਤਾਨ ਦੇ ਵਿੱਚ ਜਿਹੜਾ ਫਤਵਾ ਦੇਣ ਦਾ ਹੱਕ ਰੱਖਦੇ। ਇਹਨਾਂ ਨੂੰ ਚਾਹੀਦਾ ਹੈ ਕਿ ਸ਼ਰਈ ਲਿਹਾਜ਼ ਨਾਲ ਕੁਰਾਨ ਪਾਕ ਦੀ ਰੂਹ ਨਾਲ ਇਹਨਾਂ ਨੂੰ ਦੱਸਣ ਵੀ ਇਹ ਜ਼ੁਲਮ ਹੈ ਔਰ ਇਸ ਦਾ ਹਿਸਾਬ ਉਹਨਾਂ ਨੂੰ ਦੇਣਾ ਪੈਣਾ। 100% ਜ਼ੁਲਮ ਹੈ ਇਹ ਜਿਹੜਾ ਮਤਲਬ ਵੀ ਜਿਸ ਤਰੀਕੇ ਨਾਲ ਇਹਨਾਂ ਉਸ ਕੋਲੋਂ ਕੁਰਸੀ ਖੋਈ ਗਈ ਹੈ ਇਮਰਾਨ ਖਾਨ ਕੋਲੋਂ, 100% ਜ਼ੁਲਮ ਹੈ। ਦੁਨਿਆਵੀ ਲਾਜ਼ ਨਾਲ ਅਸੂਲ ਤਰੀਕਾ ਇਹ ਸੀ ਵੀ ਇਲੈਕਸ਼ਨ ਕਰਾਓ, ਜਿਹੜੀ ਪਾਰਟੀ ਜਿੱਤ ਜਾਏ ਬਰਸਰ ਇਕਤਦਾਰ ਆ ਜਾਏ, ਜਿਹੜੀ ਵੀ ਪਾਰਟੀ ਜਿੱਤ ਜਾਏ ਬਰਸਰ ਇਕਤਦਾਰ ਆ ਜਾਏ। ਹੁਣ ਇਹ ਪੋਜੀਸ਼ਨ ਹੈ, ਯਕੀਨ ਕਰੇ ਕਿ ਬਾਹਰ ਦੇ ਜਿਤਨੇ ਵੀ ਲੋਕ ਉਹਨਾਂ ਪੈਸਾ ਪਾਕਿਸਤਾਨ ਭੇਜਣਾ ਬੰਦ ਕਰ ਦਿੱਤਾ, ਜਿਹੜੇ ਕਿ ਹਰ ਮਹੀਨੇ ਭੇਜਦੇ ਸਨ ਪਾਕਿਸਤਾਨ। ਉਹਦੀ ਵਜ੍ਹਾ ਬਈ ਜਦ ਸਾਡਾ ਪੈਸਾ ਇਹ ਲੋਕ ਇਸਤੇਮਾਲ ਕਰਕੇ ਟੈਕਸ ਦੀ ਸ਼ਕਲ 'ਚ ਆਰਮੀ ਨੂੰ ਤਨਖਾਹ ਵੀ ਦਿੰਦੇ, ਖੁਦ ਵੀ ਕਰੋੜਾਂ ਦੇ ਹਿਸਾਬ ਨਾਲ ਮਹੀਨੇ ਦੀ ਫੈਸਿਲਿਟੀਆਂ ਲੈਂਦੇ ਔਰ ਆਪਣੀਆਂ ਜਾਇਦਾਦਾਂ ਬਾਹਰ ਬਣਾਉਂਦੇ, ਤਾਂ ਲੋਕ ਜਿਹੜੀ ਆ ਮਤਲਬ ਵੀ ਬਦਜ਼ਨ ਹੋ ਗਈ ਹੈ। ਲੋਕ ਖਿਆਲਾਤ ਲੋਕਾਂ ਦੇ ਚੇਂਜ ਹੋ ਗਏ। ਅੱਛਾ, ਤੁਸੀਂ ਇਹ ਬੜੀ ਇੱਕ ਅੱਛੀ ਗੱਲ ਕੀਤੀ ਹੈ ਕਿਉਂਕਿ ਕਬਜ਼ਾ ਗਰੁੱਪ ਵੀ ਦੁਬਾਰਾ ਹਰਕਤ 'ਚ ਆ ਗਿਆ ਹੈ ਤੇ ਉਹ ਦੁਬਾਰਾ ਉਹੀ ਮਾਫੀਆ ਜਿਹੜੀ ਹੈ ਉਹਨੇ ਕਬਜ਼ੇ ਸ਼ਬਜ਼ੇ ਵੀ ਸ਼ੁਰੂ ਕਰਤੇ। ਤੁਸੀਂ ਇਟਲੀ 'ਚ ਰਹਿੰਦੇ ਜੇ, ਇਟਲੀ 'ਚ ਤੁਸੀਂ ਕੋਈ ਪ੍ਰਾਪਰਟੀ ਬਣਾ ਲੈਂਦੇ ਤੇ ਉੱਥੇ ਵੀ ਕਬਜ਼ਾ ਸ਼ਬਜ਼ਾ ਕਰ ਲੈਂਦੇ ਨੇ ਜਾ ਕੇ ਲੋਕੀ? ਜੀ ਬਿਲਕੁਲ ਨਹੀਂ। ਦੇਖੋ ਕਾਨੂੰਨ ਅਲਹਮਦੁਲਿल्लाह इस किस्म का इतना है कि हाल ही तक अगर उमर बिन खत्ताब रदी अल्लाह ताला अन्हु दी यानी पाक सल्लल्लाहु अलैहि शरीयत इतना चालू है, उस शरीयत के मुताबिक ये लोग काम कर रहे। कानून इतना अच्छा है कि किसी को कोई जरूरत नहीं है कि कोई गरीब है या अमीर है तो उससे दखल अंदाजी की जाए। इतना अच्छा कानून है और लोग कानून तो डरदे हुए एहतराम करदे होते कामयाब जा रहे। अच्छा, ਤੁਸੀਂ ਮਾਸ਼ਾਅੱਲਾ ਮੈਂ ਕਾਫੀ ਇੰਟਰਵਿਊ ਕੀਤੇ, ਬੜਾ ਅੱਛਾ ਲੱਗਾ ਤੁਸੀਂ ਕੁਰਾਨ ਮਜੀਦ ਦਾ ਹਵਾਲਾ ਦੇ ਕੇ ਪ੍ਰੋਗਰਾਮ ਸ਼ੁਰੂ ਕੀਤਾ। ਤੁਸੀਂ ਅੰਦਾਜ਼ਾ ਲਗਾ ਸਕਦੇ ਪਾਕਿਸਤਾਨ 'ਚ ਕਿੰਨੇ ਕੁ ਲੋਕ ਕੁਰਾਨ ਮਜੀਦ ਦੀ ਤਾਲੀਮ ਨੂੰ ਸਮਝਦੇ ਨੇ? ਦੇਖੋ ਜੀ, ਅਲਾਮਾ ਇਕਬਾਲ ਸਾਹਿਬ ਦਾ ਇੱਕ ਸ਼ੇਰ ਹੈ, ਮੈਨੂੰ ਅੱਧਾ ਜਿਹਾ ਯਾਦ ਹੈ, आज हम ख्वार हो रहे हैं तारके कुरान होकर, यानी असी लोग जलील हो रहे हैं, कुरान पाक ਨੂੰ ਪੜ੍ਹਨਾ और अमल करना छोड़ दिता है, जिस दी वजह नाल साडे लोग जड़े ओ जलीलो ख्वार हो रहे। नंबर 1। नंबर 2, अल्लाह ताला कुरान पाक फरमाता है आज दिन तक उस कौम की हालत नहीं बदलती जब तक उसको ना हो ख्याल खुद अपनी हालत बदलने का। ये कुरान पाक से लिखा है, मैं आयत का तर्जुमा तुहानू सुना रहा।
ਬਿਲਕੁਲ ਕੋਈ ਅਮਲ ਹੀ ਨਹੀਂ ਕਰ ਰਿਹਾ। ਦੇਖੋ ਜੀ ਕੋਈ ਆਲਮ ਇਸ ਗੱਲ ਦਾ ਅਮਲ ਹੀ ਨਹੀਂ ਕਰ ਰਿਹਾ ਕਿ ਕੁਰਾਨ ਪਾਕ ਨੂੰ ਪੜ੍ਹਿਆ ਜਾਏ, ਸਮਝਿਆ ਜਾਏ ਤਾਂ ਅਮਲ ਕੀਤਾ ਜਾਏ। ਜਦ ਕਿ ਇਮਰਾਨ ਖਾਨ ਹਰ ਜਲਸੇ ਦੇ ਵਿੱਚ ਕਹਿੰਦਾ ਇਯ्याक नअबुदु व इय्याक नस्तईन कि हम अल्लाह की इबादत करते हैं, उसकी मदद चाहते हैं, लेकिन ये लोग नहीं करते। ਅੱਛਾ ਇੱਕ ਚੀਜ਼ ਜ਼ਰਾ ਦੱਸਣਾ, ਤੁਸੀਂ ਯੂਰਪ 'ਚ ਰਹਿ ਰਹੇ ਜੇ,